पंजाब ਦੇ ਵਿੱਚ ਇਸ ਵਾਰ ਕਈ ਤਰ੍ਹਾਂ ਤਗਮੇ ਨੇ ਜਿਹੜੇ ਉਹ ਖਿਡਾਰੀ ਜਿੱਤ ਕੇ ਲੈ ਕੇ ਆਏ ਨੇ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਹੋਰ ਨਵੇਂ ਖਿਡਾਰੀ ਜਿਹੜੇ ਉਹ ਪੈਦਾ ਕੀਤੇ ਜਾਣ। ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਖੇਡ ਅਧਿਕਾਰੀਆਂ ਨਾਲ ਗੱਲ ਕੀਤੀ। ਖੇਡ ਮੰਤਰੀ ਮੀਤ ਹੇਅਰ ਸਾਹਿਬ ਵੀ ਉਹਦੇ 'ਚ ਹਾਜ਼ਰ ਸਨ, ਕਿਉਂਕਿ ਉਹਨਾਂ ਦਾ ਮਹਿਕਮੇ ਦੀ ਮੀਟਿੰਗ ਕਿ ਜਿਹੜਾ ਬੰਦਿਆਂ ਦਾ ਡਾਕਟਰ ਆ ਉਹਨੂੰ ਕੋਈ ਹੋਰ ਮੰਤਰੀ ਬਣਾ ਦਿੰਦੇ ਨੇ, ਜਿਹਦੀ ਸਿਹਤ ਨਾਲ ਇੱਲ ਤੋਂ ਕੁੱਕੜ ਨਹੀਂ ਆਉਂਦਾ ਉਹ ਸਿਹਤ ਮੰਤਰੀ ਹੁੰਦਾ, ਜਿਹੜਾ ਖੇਡਾਂ ਦਾ ਕੋਈ ਹੋਰ ਬਣਾ ਦਿੱਤਾ ਜਾਂਦਾ ਹੈਗਾ। ਪਿਛਲੀ ਸਰਕਾਰ ਨੇ ਥੋੜਾ ਜਿਹਾ ਅਖੀਰ ਤੇ ਆ ਕੇ ਠੀਕ ਕੀਤਾ ਸੀ, ਜਦੋਂ ਚਰਨਜੀਤ ਚੰਨੀ ਦੀ ਸਰਕਾਰ ਬਣੀ ਤਾਂ ਖੇਡ ਮੰਤਰੀ ਪ੍ਰਗਟ ਸਿੰਘ ਨੂੰ ਬਣਾਇਆ ਗਿਆ। ਪ੍ਰਗਟ ਸਿੰਘ ਓਲੰਪੀਅਨ ਨੇ, 10 ਸਾਲ ਦੇ ਕਰੀਬ ਉਹਨਾਂ ਨੇ ਹਾਕੀ ਦੇ ਵਿੱਚ ਭਾਰਤ ਦਾ ਝੰਡਾ ਚੱਕ ਕੇ ਹਿੱਸੇਦਾਰੀ ਲਈ। ਸਾਡੀ ਹਰਜਿੰਦਰ ਕੌਰ ਹੈ ਕੁੜੀ ਮਹਿਸ ਪਿੰਡ ਵਾਲੀ, ਇਹਦੇ ਹਾਲਾਤ ਪਤਾ ਕਰਿਓ ਕਿਹੋ ਜਿਹੇ ਸੀ ਘਰ ਦੇ। ਇਹਦੇ ਬਾਵਜੂਦ ਉਸ ਕੁੜੀ ਦੀ ਹਿੰਮਤ ਹੈ ਕਿ ਉਹ ਇੱਥੋਂ ਤੱਕ ਪਹੁੰਚ ਗਈ। ਇੱਕ ਸਾਡੇ ਗੋਲਾ ਸੁੱਟਣ ਵਾਲੀ ਕੁੜੀ ਹੈ ਮਨਪ੍ਰੀਤ, ਜਿਵੇਂ ਪਰਮਜੀਤ ਸ਼ਰਮਾ ਸਾਹਿਬ 골ਡ ਮੈਡਲਿਸਟ, ਅਰਜਨਾ ਅਵਾਰਡੀ, ਇਸ ਹਰਜਿੰਦਰ ਕੌਰ ਲਈ ਖੁਦਾ ਬਣ ਕੇ ਵੋੜੇ, ਉਸੇ ਤਰ੍ਹਾਂ ਮਨਪ੍ਰੀਤ ਨੂੰ ਵੀ ਕੁਝ ਸਮਾਜ ਸੇਵੀ ਸੰਸਥਾਵਾਂ ਤੋਂ ਸਹਿਯੋਗ ਮਿਲ ਰਿਹਾ ਹੈ। ਸਰਕਾਰੀ ਪੱਧਰ ਤੇ ਤਾਂ ਕੁਝ ਨਹੀਂ ਮਿਲਦਾ। ਵਿਜੇ ਸਿੰਗਲਾ ਦੀ, ਜੋ ਕਿ ਸਾਬਕਾ ਮੰਤਰੀ ਨੇ, ਜਿਨ੍ਹਾਂ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ, ਉਹ ਕੱਲ੍ਹ ਵਿਧਾਇਕਾਂ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ, ਜਿਸ ਨੂੰ ਲੈ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸਵਾਲ ਖੜੇ ਕੀਤੇ। ਪਤਾ ਨਹੀਂ ਅਦਾਲਤ ਦਾ ਫੈਸਲਾ ਆਉਣਾ ਕੀ ਹੈ। ਸੁਖਪਾਲ ਸਿੰਘ ਖਹਿਰੇ ਨੇ ਇਹ ਸਵਾਲ ਚੱਕਿਆ ਕਿ ਉਹਨਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਏ, ਇਸ ਕਰਕੇ ਉਹਨਾਂ ਨੂੰ ਮੀਟਿੰਗ 'ਚ ਸੁਣਾ ਸੱਦਿਆ ਜਾਵੇ। ਇਹਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੇਣਾ ਚਾਹੀਦਾ ਹੈ ਕਿ ਉਹਨਾਂ ਨੇ ਮੀਟਿੰਗ ਦੇ ਵਿੱਚ ਜੇ ਬੁਲਾਇਆ ਤਾਂ ਕਿਉਂ ਬੁਲਾਇਆ, ਕੋਈ ਕਾਨੂੰਨ ਹੈ ਇਹੋ ਜਿਹਾ ਜੇ ਕਿਸੇ ਤੇ ਇਲਜ਼ਾਮ ਲੱਗੇ ਹੋਣ ਕਿ ਉਹ ਮੀਟਿੰਗਾਂ 'ਚ ਸ਼ਾਮਲ ਨਹੀਂ ਹੋ ਸਕਦਾ। ਇਲਜ਼ਾਮ ਤਾਂ ਬਹੁਤ ਤੇ ਲੱਗੇ ਹੋਏ ਸੀ। ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪੀਏ ਦੀ, ਤਾਂ ਉਹਨਾਂ ਉੱਪਰ ਰਿਸ਼ਵਤ ਲੈਣ ਦੇ ਜਿਹੜੇ ਮੰਗਣ ਦੇ ਇਲਜ਼ਾਮ ਲੱਗੇ ਨੇ, ਜਿਸ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ। ਐਮਐਲਏ ਸਾਹਿਬ ਨੇ ਕੁਲਜੀਤ ਸਿੰਘ ਰੰਧਾਵਾ ਸਾਹਿਬ, ਇਹਨਾਂ ਦਾ ਜਿਹੜਾ ਪੀਏ ਉਹਦਾ ਨਾਮ ਹੈ ਨਿਤਨ ਲੂਥਰਾ, ਕਹਿੰਦੇ ਉਹਦੇ ਤੇ ਇਲਜ਼ਾਮ ਲੱਗੇ ਨੇ ਬਲਟਾਣੇ ਦੇ ਵਿੱਚ ਕਿਸੇ ਨੂੰ ਚੌਕੀ ਇੰਚਾਰਜ ਲਵਾਉਣਾ ਸੀ। ਇੱਕ ਬਰਮਾ ਸਿੰਘ ਚੌਕੀ ਇੰਚਾਰਜ ਆ, ਉਹਦੇ ਨਾਲ ਕਹਿੰਦੇ ਕੋਈ ਜਿਹੜੀ ਟੈਲੀਫੋਨਿਕ ਗੱਲਬਾਤ ਆ ਉਹ ਵੀ ਵਾਇਰਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਐਮਐਲਏ ਸਾਹਿਬ ਨੇ ਕਿਹਾ ਕਿ ਜੇ ਮੇਰੇ ਪੀਏ ਤੇ ਦੋਸ਼ ਸਾਬਤ ਹੋ ਗਏ ਤੁਸੀਂ ਜੋ ਮਰਜ਼ੀ ਕਰ ਲਿਓ। ਵੀ ਹਰਸਿਮਰਤ ਕੌਰ ਬਾਦਲ ਦੀ, ਜੋ ਕਿ ਸੰਸਦ ਮੈਂਬਰ ਨੇ, ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੀਆਂ ਸਿਹਤ ਸਹੂਲਤਾਂ ਨੇ ਉਹਨਾਂ ਨੂੰ ਲੈ ਕੇ ਸਵਾਲ ਚੁੱਕੇ ਨੇ ਤੇ ਕਿਹਾ ਕਿ ਡਾਕਟਰ ਜਿਹੜੇ ਲਗਾਤਾਰ ਅਸਤੀਫੇ ਦੇ ਰਹੇ। ਇਹ ਮਾਮਲਾ ਸਾਰਾ ਠਾਇਆ, ਨਾਲ ਉਹਨਾਂ ਨੇ ਪੀਜੀਆਈ ਆ ਠਾਇਆ ਕਿ ਜਿੱਥੇ 1200 ਤੋਂ 1400 ਤੱਕ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ, ਉਹਨਾਂ ਨੂੰ ਪੈਸੇ ਨਹੀਂ ਮਿਲੇ। ਮੇਰੀ ਜਾਣਕਾਰੀ ਦੇ ਮੁਤਾਬਕ 16 ਕਰੋੜ ਰੁਪਇਆ ਬਕਾਇਆ ਸੀ। ਕੱਲ੍ਹ ਹੀ ਸਾਡੇ ਵਿੱਤ ਮੰਤਰੀ ਸਾਹਿਬ ਨੇ ਇਹਦਾ ਐਲਾਨ ਕਰਤਾ ਸੀ ਕਿ ਇਹ ਇਸ ਤਰੀਕ ਤੋਂ ਪਹਿਲਾਂ ਅਦਾ ਕਰ ਦਿੱਤੇ ਜਾਣਗੇ। ਜੇਕਰ ਗੱਲ ਕੀਤੀ ਹੈ ਬਿਜਲੀ ਖਪਤਕਾਰਾਂ ਦੀ, ਤਾਂ ਉਹਨਾਂ ਨੂੰ ਝਟਕਾ ਲੱਗਿਆ ਹੈ ਤੇ ਕਿਹਾ ਗਿਆ ਕਿ ਬਿਜਲੀ ਮਾਫ ਦਾ ਜਿਹੜਾ ਲਾਭ ਆ ਜ਼ਿਆਦਾਤਰ ਖਪਤਕਾਰਾਂ ਨੂੰ ਮਿਲਣਾ ਅਸੰਭਵ ਹੈ। ਸਰਕਾਰ ਨੇ ਕਿਹਾ ਸੀ ਕਿ ਜਿਹੜੇ 31 ਦਸੰਬਰ ਤੋਂ ਪਹਿਲਾਂ 21 ਤੋਂ ਪਹਿਲਾਂ ਦੇ ਬਕਾਏ ਨੇ ਉਹ ਸਾਰੇ ਮਾਫ ਕਰ ਦਿੱਤੇ ਜਾਣਗੇ। ਜਾਣਕਾਰੀ ਮੁਤਾਬਕ ਬਿਜਲੀ ਬੋਰਡ ਨੇ ਕੋਈ ਨਵਾਂ ਸਰਕੂਲਰ ਜਾਰੀ ਕੀਤਾ ਹੈ, ਜਿਹਦੇ ਵਿੱਚ ਕਿਹਾ ਕਿ ਜਿਹੜੇ ਬਕਾਏ ਨੇ ਪਿਛਲੇ, ਉਹ ਜੇ 30 ਜੂਨ ਤੱਕ ਅਦਾ ਨਾ ਕੀਤੇ ਉਹਨਾਂ ਦੇ ਕਾਰਵਾਈ ਹੋਵੇਗੀ। ਲੋਕਾਂ ਨੂੰ ਇਹ ਸੀ ਕਿ ਜੇ ਪਿਛਲੇ ਬਕਾਏ ਮਾਫ ਹੋ ਜਾਂਦੇ ਨੇ ਤਾਂ ਮੌਜੂਦਾ ਬਿੱਲਾਂ ਦੇ ਵਿੱਚੋਂ ਮਾਈਨਸ ਹੋ ਕੇ ਆਉਣਗੇ। 1 ਸਤੰਬਰ ਨੂੰ ਬਿਜਲੀ ਦੇ ਬਿੱਲ ਆਉਣੇ ਨੇ 300 ਯੂਨਿਟਾਂ ਵਾਲੇ, ਉਹ ਕਿੰਨਿਆਂ ਕੁ ਨੂੰ ਉਹਦਾ ਫਾਇਦਾ ਮਿਲਦਾ ਹੈ? ਬਹੁ ਗਿਣਤੀ ਦੇ ਵਿੱਚ ਤਾਂ ਇਹ ਹੈ ਕਿ ਜੇ 300 ਯੂਨਿਟ ਤੋਂ ਟੱਪ ਗਈ ਉਹਨੂੰ ਪੂਰੇ ਪੈਸੇ ਅਦਾ ਕਰਨੇ ਪੈਣਗੇ। ਜੇਕਰ ਗੱਲ ਕੀਤੀ ਜਾਵੇ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ, ਤਾਂ ਉਹਨਾਂ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਚਰਚਾ ਕਰਨ ਦੀ ਮੰਗ ਕੀਤੀ ਹੈ। ਰਾਘਵ ਚੱਡਾ ਹੋਰਾਂ ਨੇ ਜਿਹੜਾ ਮਾਮਲਾ ਉਠਾਇਆ ਹੈਗਾ, ਮਾਮਲਾ ਬੜਾ ਦਿਲਚਸਪ ਹੈ ਜੀ। ਉਹ ਕਹਿੰਦੇ ਵੀ ਪੰਜਾਬ ਤੇ ਤੁਸੀਂ ਇਲਜ਼ਾਮ ਲਾਈ ਜਾਂਦੇ ਹੋ, ਉੱਥੋਂ ਡਰੋਨ ਆ ਗਿਆ, ਫਲਾਨਾ ਆ ਗਿਆ, ਟਿਮਕਾ ਆ ਗਿਆ, ਆਹ ਆ ਗਿਆ, ਉਹ ਆ ਗਿਆ, ਪਰ ਜਿਹੜਾ ਸਮੁੰਦਰੀ ਰਸਤੇ ਦੇ ਜ਼ਰੀਏ ਮਹਾਰਾਸ਼ਟਰ ਤੇ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਹੁਣ ਤੱਕ ਨਸ਼ਾ ਫੜਿਆ ਗਿਆ, ਉਹਦੀ ਕਿਤੇ ਗੱਲ ਹੀ ਨਹੀਂ ਛੇੜੀ।
ਇਹ ਦੂਜੇ ਰਾਜਾਂ ਨੂੰ ਉਤਸ਼ਾਹਿਤ ਕਰਦੇ ਨੇ ਜਦੋਂ ਨਸ਼ਾ ਆਉਂਦਾ ਹੈ, ਤੇ ਜਿਹੜਾ ਮਹਾਰਾਸ਼ਟਰ ਤੇ ਗੁਜਰਾਤ ਦੇ ਵਿੱਚ ਨਸ਼ਾ ਆ ਰਿਹਾ, ਖਾਸ ਕਰ ਗੁਜਰਾਤ ਦੀਆਂ ਬੰਦਰਗਾਹਾਂ ਦੇ ਉੱਤੇ, ਉਹਦੇ ਬਾਰੇ ਕਿਉਂ ਨਹੀਂ ਸਪਸ਼ਟ ਕੀਤਾ ਜਾ ਰਿਹਾ ਹੈ? D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਦੀ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਈਆ, ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਪੰਜਾਬ, ਤਾਂ ਪੰਜਾਬ ਦੇ ਵਿੱਚ ਇਸ ਵਾਰ ਕਈ ਤਰ੍ਹਾਂ ਤਗਮੇ ਨੇ ਜਿਹੜੇ ਉਹ ਖਿਡਾਰੀ ਜਿੱਤ ਕੇ ਲੈ ਕੇ ਆਏ ਨੇ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਹੋਰ ਨਵੇਂ ਖਿਡਾਰੀ ਜਿਹੜੇ ਉਹ ਪੈਦਾ ਕੀਤੇ ਜਾਣ ਜੀ। ਭੰਗੂ ਸਾਹਿਬ, ਲੰਬੇ ਸਮੇਂ ਤੋਂ ਅਸੀਂ ਖੇਡਾਂ ਸੰਬੰਧੀ ਇਹਨਾਂ ਦੀਆਂ ਨੀਤੀਆਂ ਦੀਆਂ ਖਬਰਾਂ ਸੁਣਦੇ ਕੰਨ ਪਕਾ ਬੈਠੇ ਹਾਂ ਜੀ। ਇੱਕ ਆਉਂਦਾ ਫਲਾਣੇ ਪਿੰਡ ਦੇ ਵਿੱਚ ਮੈਂ ਸਟੇਡੀਅਮ ਬਣਾ ਦਿਆਂਗਾ, ਤੇ ਜਦੋਂ ਜਾ ਕੇ ਸਟੇਡੀਅਮ ਦੀ ਹਾਲਤ ਦੇਖੋ, ਸਟੇਡੀਅਮ ਦੇ ਵਿੱਚ ਗੋਡੇ ਪਾਣੀ ਫਿਰਦਾ ਹੁੰਦਾ ਹੈ। ਦੂਜਾ ਆ ਕੇ ਕੁਝ ਗੱਲ ਕਰਦਾ, ਤੀਜਾ ਕੁੱਲ ਕਰਦਾ। ਕੱਲ ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਖੇਡ ਅਧਿਕਾਰੀਆਂ ਨਾਲ ਗੱਲ ਕੀਤੀ। ਖੇਡ ਮੰਤਰੀ ਮੀਤ ਹੇਅਰ ਸਾਹਿਬ ਵੀ ਉਹਦੇ 'ਚ ਹਾਜ਼ਰ ਸਨ, ਕਿਉਂਕਿ ਉਹਨਾਂ ਦਾ ਮਹਿਕਮੇ ਦੀ ਮੀਟਿੰਗ ਸੀ। ਇੱਥੇ ਰਿਵਾਜ ਇਹ ਹੈ ਕਿ ਜਿਹੜਾ ਬੰਦਿਆਂ ਦਾ ਡਾਕਟਰ ਆ, ਉਹਨੂੰ ਕੋਈ ਹੋਰ ਮੰਤਰੀ ਬਣਾ ਦਿੰਦੇ ਨੇ। ਜਿਹਦੀ ਸਿਹਤ ਨਾਲ ਇੱਲ ਤੋਂ ਕੁੱਕੜ ਨਹੀਂ ਆਉਂਦਾ, ਉਹ ਸਿਹਤ ਮੰਤਰੀ ਹੁੰਦਾ। ਜਿਹੜਾ ਖੇਡਾਂ ਦਾ ਕੋਈ ਹੋਰ ਬਣਾ ਦਿੱਤਾ ਜਾਂਦਾ ਹੈਗਾ। ਪਿਛਲੀ ਸਰਕਾਰ ਨੇ ਥੋੜ੍ਹਾ ਜਿਹਾ ਅਖੀਰ ਤੇ ਆ ਕੇ ਠੀਕ ਕੀਤਾ ਸੀ, ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣੀ ਤਾਂ ਖੇਡ ਮੰਤਰੀ ਪ੍ਰਗਟ ਸਿੰਘ ਨੂੰ ਬਣਾਇਆ ਗਿਆ। ਪ੍ਰਗਟ ਸਿੰਘ ਓਲੰਪੀਅਨ ਨੇ, 10 ਸਾਲ ਦੇ ਕਰੀਬ ਉਹਨਾਂ ਨੇ ਹਾਕੀ ਦੇ ਵਿੱਚ ਭਾਰਤ ਦਾ ਝੰਡਾ ਚੱਕ ਕੇ ਹਿੱਸੇਦਾਰੀ ਲਈ। ਇਸ ਵੇਲੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚੋਂ ਖਿਡਾਰੀ ਪੈਦਾ ਕਰੋ। ਜਿਹੜੀ ਖੇਡ ਨੀਤੀ ਤੁਹਾਡੀਆਂ ਸਰਕਾਰਾਂ ਦੀ ਹੈ, ਉਹਨੂੰ ਕਦੇ ਪੜ੍ਹ ਲਿਆ? ਤੁਸੀਂ ਵੀ ਖੇਡਾਂ ਦੇ ਵਿੱਚ ਬਜਟ 25 ਕਰੋੜ ਦਾ ਰੱਖਿਆ ਹੈ। 1.25 ਕਰੋੜ ਰੁਪਈਆ ਇੱਕ ਜ਼ਿਲ੍ਹੇ ਨੂੰ ਆਉਂਦਾ, ਭਾਵੇਂ ਛੋਟਾ ਜ਼ਿਲ੍ਹਾ ਭਾਵੇਂ ਵੱਡਾ ਹੈ। 1 ਕਰੋੜ ਦੇ ਨਾਲ ਇੱਕ ਸਟੇਡੀਅਮ ਨਹੀਂ ਉਸਰ ਸਕਦਾ। ਜੇ ਅੱਜ ਮੀਟਿੰਗ ਕਰਨ ਲੱਗੇ ਸੀ ਤਾਂ ਪਤਾ ਕਰ ਲੈਂਦੇ ਖਿਡਾਰੀ ਨੂੰ ਡਾਈਟ ਕਿੰਨੀ ਮਿਲਦੀ ਹੈ। ਆ ਜਿਹੜੀ ਸਾਡੀ ਹਰਜਿੰਦਰ ਕੌਰ ਹੈ ਕੁੜੀ, ਮਹਿਸ ਪਿੰਡ ਵਾਲੀ, ਇਹਦੇ ਹਾਲਾਤ ਪਤਾ ਕਰਿਓ ਕਿਹੋ ਜਿਹੇ ਸੀ ਘਰ ਦੇ। ਇਹਦੇ ਬਾਵਜੂਦ ਉਸ ਕੁੜੀ ਦੀ ਹਿੰਮਤ ਹੈ ਕਿ ਉਹ ਇੱਥੋਂ ਤੱਕ ਪਹੁੰਚ ਗਈ। ਇੱਕ ਸਾਡੇ ਗੋਲਾ ਸੁੱਟਣ ਵਾਲੀ ਕੁੜੀ ਹੈ ਮਨਪ੍ਰੀਤ, ਜਿਵੇਂ ਪਰਮਜੀਤ ਸ਼ਰਮਾ ਸਾਹਿਬ ਗੋਲਡ ਮੈਡਲਿਸਟ, ਅਰਜਨਾ ਅਵਾਰਡੀ, ਇਸ ਹਰਜਿੰਦਰ ਕੌਰ ਲਈ ਖੁਦਾ ਬਣ ਕੇ ਵੋੜੇ, ਉਸੇ ਤਰ੍ਹਾਂ ਮਨਪ੍ਰੀਤ ਨੂੰ ਵੀ ਕੁਝ ਸਮਾਜ ਸੇਵੀ ਸੰਸਥਾਵਾਂ ਤੋਂ ਸਹਿਯੋਗ ਮਿਲ ਰਿਹਾ ਹੈ। ਸਰਕਾਰੀ ਪੱਧਰ ਤੇ ਤਾਂ ਕੁਝ ਨਹੀਂ ਮਿਲਦਾ। ਕਦੇ ਅਚਨਚੇਤ ਜਾਇਓ ਮੀਤ ਹੇਅਰ ਸਾਹਿਬ ਨੂੰ ਨਾਲ ਲੈ ਕੇ ਉਹਨਾਂ ਖੇਡ ਦੇ ਕੈਂਪਾਂ ਵਿੱਚ, ਤੇ ਪਤਾ ਨਾ ਹੋਵੇ ਉੱਥੇ, ਤੇ ਦੇਖਿਓ ਕਿ ਉਹ ਡਾਈਟ ਕਿੰਨੀ ਕੁ ਹੈ, ਕੀ ਉਹ ਖਿਡਾਰੀਆਂ ਵਾਸਤੇ ਸਫੀਸ਼ੀਐਂਟ ਹੈ। ਇਹਦੇ ਨਾਲੋਂ ਬਿਹਤਰ ਤਾਂ ਇਹ ਹੈ ਕਿ ਜ਼ਿਲ੍ਹਾ ਪੱਧਰ ਦੇ ਉੱਤੇ ਤੁਸੀਂ ਕੈਂਪ ਬਣਾ ਲਓ, ਸਮਾਜ ਸੇਵੀ ਸੰਸਥਾਵਾਂ ਹੀ ਤੁਹਾਨੂੰ ਉਹਨੂੰ ਵਾਧੂ ਮਦਦ ਕਰ ਦੇਣਗੀਆਂ। ਜਿਹੜੇ ਰੋਂਦੇ ਘੋੜੀ ਚੜ੍ਹਦੇ ਆ, ਉਹ ਕਦੇ ਡੋਲੇ ਜਿੱਤ ਕੇ ਨਹੀਂ ਆਉਂਦੇ। ਇਹ ਖੇਡ ਦੇ ਵਿੱਚ ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਪੰਜਾਬ ਦਾ ਨੰਬਰ ਹੋਵੇ, ਤਾਂ ਫਿਰ ਉਹਨੂੰ ਬਰੀਕੀ ਨਾਲ ਦੇਖੋ। ਇਹ ਨਾ ਦੇਖੋ ਕਿ ਰਾਜਨੀਤੀ ਕੀ ਹੈ। ਜਿਹੜੇ ਪੁਰਾਣੇ ਸਾਡੇ ਖਿਡਾਰੀ ਨੇ, ਉਹਦੇ ਵਿੱਚ ਭਾਵੇਂ ਪ੍ਰਗਟ ਸਿੰਘ ਹੀ ਕਿਉਂ ਨਾ ਹੋਣ, ਜਾਂ ਜਿਹੜੇ ਹੋਰ ਪੁਰਾਣੇ ਖਿਡਾਰੀ ਨੇ, ਤੁਹਾਡੀ ਆਪਣੇ ਟੀਮ ਦੇ ਵਿੱਚ ਗੁਰਲਾਲ ਘਨੌਰ ਬੈਠੇ ਨੇ, ਉਹ ਵੀ ਖਿਡਾਰੀ ਨੇ। ਹੋਰ ਵਿਅਕਤੀ ਵੀ ਇੱਥੇ ਹਾਜ਼ਰ ਨੇ ਜਿਹੜੇ ਤੁਹਾਨੂੰ ਬਿਹਤਰ ਦੱਸ ਸਕਦੇ ਆ
ਤੇ ਜੇ ਸੱਚਮੁੱਚ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਭਾਰਤ ਦਾ ਟੀਮ ਨੇਤਾਵਾਂ ਦੇ ਵਿੱਚ ਕਿਵੇਂ ਪਛੜਾਪਣ ਜਾ ਰਿਹਾ, ਇਹ ਐਸੋਸੀਏਸ਼ਨਾਂ ਸਿਰਫ ਵਿਦੇਸ਼ਾਂ 'ਚ ਜਾ ਕੇ ਮੌਜ ਮਸਤੀਆਂ ਤੱਕ ਹੀ ਸੀਮਿਤ ਨੇ। ਕਦੇ ਦੇਖਿਆ ਕਿ ਉੱਥੇ ਖਿਡਾਰੀਆਂ ਨਾਲ ਬੀਤਦੀ ਕੀ ਹੈ? ਉਹਨਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਲਿਜਾਣ ਦੇ ਸਾਧਨ ਹੈਗੇ ਨੇ, ਉਹਨਾਂ ਨਾਲ ਫੋਟੋਆਂ ਖਿਚਾਉਣ ਤੇ ਉਸ ਤੋਂ ਬਾਅਦ ਮੈਡਲ ਪਾ ਕੇ ਕਈ ਖਿਡਾਰੀ ਬੱਸ ਸਟੈਂਡਾਂ ਤੇ ਖੜੇ ਦੇਖੇ ਜਿਹੜਿਆਂ ਨੇ ਬੱਸ ਚੜ੍ਹ ਕੇ ਦੂਜੇ ਥਾਂ ਤੇ ਪਹੁੰਚਣਾ ਹੁੰਦਾ ਹੈ। ਇਹਨਾਂ ਐਸੋਸੀਏਸ਼ਨਾਂ ਦੇ ਵਿੱਚ ਇਹ ਸਰਮਾਏਦਾਰੀ ਹੀ ਕਿਉਂ ਭਾਰੂ ਹੋਵੇ? ਇਹ ਪੁਰਾਣੇ ਖਿਡਾਰੀਆਂ ਦੇ ਹਵਾਲੇ ਕੀਤੀ ਜਾਵੇ। ਜੇ ਅਸੀਂ ਪੁਰਾਣੇ ਖਿਡਾਰੀਆਂ ਦੇ ਹਵਾਲੇ ਨਾ ਕੀਤਾ, ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਸਕਦਾ ਕੁਝ ਨਹੀਂ ਮਿਲਣਾ। ਅੱਜ ਜਿੰਨੇ ਖਿਡਾਰੀ ਆਏ ਨੇ ਉਹਨਾਂ ਦੇ ਕੋਚ ਸਾਹਿਬਾਨ ਤੇ ਉਹਨਾਂ ਦਾ ਜਿਹੜਾ ਵਿਅਕਤੀਗਤ ਪ੍ਰੈਕਟਿਸ ਹੈ ਉਹਦੇ ਸਿਰ ਤੇ ਆਏ ਨੇ, ਕਿਸੇ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਜੇ ਸਾਡੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਕਿ ਖੇਡਾਂ ਦੇ ਵਿੱਚ ਕੁਝ ਆਵੇ, ਪਹਿਲਾਂ ਤਾਂ ਬਜਟ ਵਧਾਓ, ਦੂਜੇ ਥਾਂ ਤੇ ਸਟੇਡੀਅਮ ਨਾ ਬਣਾਓ, ਜਿਹੜੇ ਸਕੂਲਾਂ ਦੇ ਮੈਦਾਨ ਹੈ ਪਿੰਡਾਂ ਨੂੰ ਜ਼ਿੰਮੇਵਾਰੀ ਦਿਓ ਕਿ ਉਹਨਾਂ ਨੂੰ ਹੀ ਸਵਾਰ ਲੈਣ। ਆ ਜਿੱਥੇ ਜਿੱਥੇ ਸਟੇਡੀਅਮ ਬਣੇ ਨੇ, ਬਹੁਤ ਸਾਰੇ ਸਟੇਡੀਅਮ ਦੀਆਂ ਰਿਪੋਰਟਾਂ ਛਪੀਆਂ ਨੇ ਕਿ ਕਿਵੇਂ ਟੀਕਿਆਂ ਦੇ, ਨਸ਼ਿਆਂ ਦੇ, ਦੂਜਾ ਤੀਜਾ ਉੱਥੇ ਪਿਆ। ਅਸਲ ਰੂਪ ਦੇ ਵਿੱਚ ਆਮ ਲੋਕਾਂ ਖਿਡਾਰੀਆਂ ਨੂੰ ਬੁਲਾਓ, ਉਹਨਾਂ ਨੂੰ ਪੁੱਛੋ ਕਿ ਕਿਹੜੀਆਂ-ਕਿਹੜੀਆਂ ਸਹੂਲਤਾਂ ਦੀ ਜ਼ਰੂਰਤ ਹੈ। ਜੀ, ਇਸ ਦੇ ਨਾਲ ਜੇਕਰ ਗੱਲ ਕੀਤੀ ਹੋਵੇ ਵਿਜੇ ਸਿੰਗਲਾ ਦੀ, ਜੋ ਕਿ ਸਾਬਕਾ ਮੰਤਰੀ ਨੇ, ਜਿਨ੍ਹਾਂ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ, ਉਹ ਕੱਲ੍ਹ ਵਿਧਾਇਕਾਂ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ, ਜਿਸ ਨੂੰ ਲੈ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸਵਾਲ ਖੜੇ ਕੀਤੇ ਨੇ। ਜੀ ਦੇਖੋ, ਉਹਨਾਂ ਤੇ ਇਲਜ਼ਾਮ ਲੱਗੇ ਨੇ, ਅਜੇ ਇਲਜ਼ਾਮ ਸਾਬਤ ਤਾਂ ਨਹੀਂ ਹੋਏ। ਜੀ, ਪਤਾ ਨਹੀਂ ਅਦਾਲਤ ਦਾ ਫੈਸਲਾ ਆਉਣਾ ਕੀ ਹੈ। ਸੁਖਪਾਲ ਸਿੰਘ ਖਹਿਰੇ ਨੇ ਇਹ ਸਵਾਲ ਚੱਕਿਆ ਕਿ ਉਹਨਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਏ, ਇਸ ਕਰਕੇ ਉਹਨਾਂ ਨੂੰ ਮੀਟਿੰਗ 'ਚ ਸੁਣਾ ਸੱਦਿਆ ਜਾਵੇ। ਉਹਨਾਂ ਦਾ ਆਪਣਾ ਸਵਾਲ ਹੈ। ਦੂਜੇ ਪਾਸੇ ਵਿਜੇ ਸਿੰਗਲਾ ਕੱਲ੍ਹ ਮੀਟਿੰਗ ਦੇ ਵਿੱਚ ਗਏ ਕਿਉਂਕਿ ਵਿਧਾਇਕ ਦੇ ਤੌਰ ਤੇ ਉਹਨਾਂ ਨੂੰ ਸੱਦਿਆ ਗਿਆ ਸੀ। ਜਿਹੜੇ ਅੱਜ ਇਲਜ਼ਾਮ ਲਾਉਂਦੇ ਨੇ, ਜਦੋਂ ਸਾਧੂ ਸਿੰਘ ਧਰਮਸੋਤ ਤੇ ਇਲਜ਼ਾਮ ਲੱਗੇ ਸੀ ਕਿ ਉਦੋਂ ਕਾਂਗਰਸ ਨੇ ਸਾਧੂ ਸਿੰਘ ਧਰਮਸੋਤ ਨੂੰ ਹਟਾਤਾ ਸੀ ਮੀਟਿੰਗਾਂ 'ਚੋਂ ਉਹਨੂੰ। ਅਸੀਂ ਦੂਜੇ ਵਾਲੇ ਪਾਸੇ ਨੂੰ ਵੇਖਦੇ ਹਾਂ, ਜਿਹੜੀਆਂ ਤਿੰਨ ਉਂਗਲਾਂ ਆਪਦੇ ਵਾਲੇ ਪਾਸੇ ਨੇ, ਉਹਨਾਂ ਦਾ ਕੋਈ ਜਵਾਬ ਨਹੀਂ। ਅੱਜ ਜਿਹੜੀ ਖਹਿਰਾ ਸਾਹਿਬ ਗੱਲ ਕਰ ਰਹੇ ਨੇ, ਕੱਲ੍ਹ ਨੂੰ ਜੇ ਮੰਨ ਲਓ ਸਬੂਤਾਂ ਦੀ ਘਾਟ ਕਾਰਨ ਵਿਜੇ ਸਿੰਗਲਾ ਸਾਹਿਬ ਬਰੀ ਹੋ ਜਾਂਦੇ ਨੇ, ਫਿਰ ਇਹਨਾਂ ਆਗੂਆਂ ਦੀ ਸਥਿਤੀ ਕੀ ਹੋਵੇਗੀ ਉਹਦੇ ਬਾਰੇ ਵੀ ਦੱਸ ਜਾਣ। ਸੋ ਦੂਜੇ ਬਾਰੇ ਕਹਿਣਾ ਬੜਾ ਸੌਖਾ ਹੈ। ਇਹਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੇਣਾ ਚਾਹੀਦਾ ਹੈ ਕਿ ਉਹਨਾਂ ਨੇ ਮੀਟਿੰਗ ਦੇ ਵਿੱਚ ਜੇ ਬੁਲਾਇਆ ਤਾਂ ਕਿਉਂ ਬੁਲਾਇਆ। ਕੋਈ ਕਾਨੂੰਨ ਹੈ ਇਹੋ ਜਿਹਾ ਜੇ ਕਿਸੇ 'ਤੇ ਇਲਜ਼ਾਮ ਲੱਗੇ ਹੋਣ ਕਿ ਉਹ ਮੀਟਿੰਗਾਂ 'ਚ ਸ਼ਾਮਲ ਨਹੀਂ ਹੋ ਸਕਦਾ? ਇਲਜ਼ਾਮ ਤਾਂ ਬਹੁਤ 'ਤੇ ਲੱਗੇ ਹੋਏ ਸੀ। ਇਹਨਾਂ ਦਾ ਆਪ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਉਹ ਜਿਹੜਾ ਘੁਟਾਲੇ ਦਾ ਕੇਸ ਹੈਗਾ, ਲੁਧਿਆਣਾ ਸਿਟੀ ਸੈਂਟਰ ਘੁਟਾਲਾ, ਉਹ ਤਾਂ ਬਾਦਲ ਸਾਹਿਬ ਦੀ 2007 ਵੇਲੇ ਦੀ ਸਰਕਾਰ ਦਾ ਤੁਰਿਆ ਹੁੰਦਾ ਹੈ। ਉਹਨਾਂ ਨੂੰ ਕਾਂਗਰਸ ਨੇ ਮੁੱਖ ਮੰਤਰੀ ਕਿਉਂ ਬਣਾਤਾ? ਉਹਨਾਂ ਤੇ ਕਿਹੜਾ ਅਜੇ ਤੱਕ ਕੇਸ ਸਾਬਤ ਹੋ ਗਿਆ? ਸੋ ਇਹ ਜਿਹੜੇ ਆਗੂ ਨੇ, ਇਹਨਾਂ ਨੇ ਰਾਜਸੀ ਤੌਰ ਦੇ ਉੱਤੇ ਘੜੀਸਣਾ ਹੁੰਦਾ ਇੱਕ ਦੂਜੇ ਨੂੰ। ਇਹਦੇ ਨਾਲੋਂ ਬਿਹਤਰ ਇਹ ਹੈ ਕਿ ਪੰਜਾਬ ਦੇ ਲਈ ਅਸਾਰੂ ਮੁੱਦਿਆਂ ਤੇ ਬਹਿਸ ਕੀਤੀ ਜਾਵੇ। ਜੀ, ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪੀਏ ਦੀ, ਤਾਂ ਉਹਨਾਂ ਉੱਪਰ ਰਿਸ਼ਵਤ ਲੈਣ ਦੇ ਜਿਹੜੇ ਮੰਗਣ ਦੇ ਇਲਜ਼ਾਮ ਲੱਗੇ ਨੇ, ਜਿਸ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ। ਜੀ, ਇਹ ਐਮਐਲਏ ਸਾਹਿਬ ਨੇ ਕੁਲਜੀਤ ਸਿੰਘ ਰੰਧਾਵਾ ਸਾਹਿਬ, ਇਹਨਾਂ ਦਾ ਜਿਹੜਾ ਪੀਏ ਉਹਦਾ ਨਾਮ ਹੈ ਨਿਤਨ ਲੂਥਰਾ। ਕਹਿੰਦੇ ਉਹਦੇ ਤੇ ਇਲਜ਼ਾਮ ਲੱਗੇ ਨੇ ਬਲਟਾਣੇ ਦੇ ਵਿੱਚ ਕਿਸੇ ਨੂੰ ਚੌਕੀ ਇੰਚਾਰਜ ਲਵਾਉਣਾ ਸੀ। ਇੱਕ ਬਰਮਾ ਸਿੰਘ ਚੌਕੀ ਇੰਚਾਰਜ ਆ, ਉਹਦੇ ਨਾਲ ਕਹਿੰਦੇ ਕੋਈ ਜਿਹੜੀ
ਟੈਲੀਫੋਨਿਕ ਗੱਲਬਾਤ ਆ ਉਹ ਵੀ ਵਾਇਰਲ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ MLA ਸਾਹਿਬ ਨੇ ਕਿਹਾ ਹੈ ਕਿ ਜੇ ਮੇਰੇ ਪੀਏ ਤੇ ਦੋਸ਼ ਸਾਬਤ ਹੋ ਗਏ ਤੁਸੀਂ ਜੋ ਮਰਜ਼ੀ ਕਰ ਲਿਓ। ਮੈਂ ਪਹਿਲਾਂ ਵੀ ਕਿਹਾ, ਹੁਣ ਵੀ ਕਹਿ ਰਿਹਾ, ਇਹ ਮਾਮਲਾ ਜਾਂਚ ਦਾ ਵਿਸ਼ਾ ਹੈ। ਜ਼ਿਲ੍ਹਾ ਪੁਲਿਸ ਮੌਕੇ ਮੋਹਾਲੀ ਨੂੰ ਇਮਾਨਦਾਰ ਅਧਿਕਾਰੀ ਦੀ ਡਿਊਟੀ ਲਾ ਕੇ ਇਸ ਮਾਮਲੇ ਨੂੰ ਸੁਲਝਾਉਣਾ ਚਾਹੀਦਾ ਹੈ, ਤਾਂ ਜੋ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਪਤਾ ਲੱਗੇ ਲੋਕਾਂ ਨੂੰ ਕਿ ਦੋਸ਼ ਲਾਉਣ ਵਾਲਾ ਵੀ ਕਹਿੰਦੇ ਆਮ ਦਾ ਜਿਹੜਾ ਵਰਕਰ ਹੈ ਕੋਈ, ਤੇ ਜਿਹੜਾ ਭਗਵੰਤ ਮਾਨ ਸਾਹਿਬ ਦਾ 9501 200 ਨੰਬਰ ਹੈ ਉਹਦੇ ਤੇ ਸ਼ਿਕਾਇਤ ਕੀਤੀ ਗਈ ਹੈ। ਹੁਣ ਜਦੋਂ ਉਹਦੇ ਤੇ ਸ਼ਿਕਾਇਤ ਰਜਿਸਟਰਡ ਹੋ ਗਈ ਤਾਂ ਮੁੱਖ ਮੰਤਰੀ ਸਾਹਿਬ ਕਿਸੇ ਨਿਰਪੱਖ ਪੱਧਰ ਦੇ ਅਧਿਕਾਰੀ ਤੋਂ ਇਹਦੀ ਜਾਂਚ ਜ਼ਰੂਰ ਕਰਾਉਣ। ਜੀ, ਇਸ ਦੇ ਨਾਲ ਇੱਕ ਗੱਲ ਕੀਤੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਦੀ, ਜੋ ਕਿ ਸੰਸਦ ਮੈਂਬਰ ਨੇ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੀਆਂ ਸਿਹਤ ਸਹੂਲਤਾਂ ਨੇ ਉਹਨਾਂ ਨੂੰ ਲੈ ਕੇ ਸਵਾਲ ਚੁੱਕੇ ਨੇ ਤੇ ਕਿਹਾ ਕਿ ਡਾਕਟਰ ਜਿਹੜੇ ਲਗਾਤਾਰ ਅਸਤੀਫੇ ਦੇ ਰਹੇ ਨੇ। ਜੀ, ਇਹ ਗੱਲ ਕੋਈ ਸ਼ੱਕ ਨਹੀਂ, ਉਹਨਾਂ ਨੇ ਅੱਜ ਸਵਾਲ ਉਠਾਇਆ ਬੀਬੀ ਹਰਸਿਮਰਤ ਕੌਰ ਨੇ ਕਿ ਇਹਨਾਂ 4 ਮਹੀਨਿਆਂ ਦੇ ਵਿੱਚ 50 ਡਾਕਟਰ ਅਸਤੀਫਾ ਦੇ ਚੁੱਕੇ ਨੇ। ਉਹਨਾਂ ਦਾ ਵਿਰੋਧੀ ਧਿਰ ਦੇ ਵਿੱਚ ਇਹ ਸਵਾਲ ਉਠਾਉਣਾ ਜਾਇਜ਼ ਹੈ। ਉਹਨਾਂ ਦੇ ਰਾਜ ਵੇਲੇ ਸਿਹਤ ਸਹੂਲਤਾਂ ਦਾ ਕੀ ਹਾਲ ਹੋਇਆ ਸੀ ਇਹ ਵੀ ਤਾਂ ਸਾਰਿਆਂ ਨੂੰ ਪਤਾ ਹੈ। ਉਦੋਂ ਵੀ ਕੁਝ ਬੀਬੀਆਂ ਡਾਕਟਰਾਂ ਨਾਲ ਧੱਕੇਸ਼ਾਹੀ ਹੋਈ ਸੀ, ਹਾਲਾਂਕਿ ਉਹ ਖੁਦ ਆਪ ਔਰਤ ਨੇ। ਉਹਨਾਂ ਦਾ ਕਹਿਣਾ ਹੈ ਕਿ 50 ਡਾਕਟਰਾਂ ਨੇ ਛੱਡਤੀ, ਖਾਸ ਕਰ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਾਲੀ ਆ ਡਾਕਟਰ ਮਨਿੰਦਰ ਕੌਰ ਜੀ ਦਾ ਖਰੜ ਤੋਂ ਧਨੌਲੇ ਤਬਾਦਲਾ ਕਰਤਾ ਸੀ। ਇੱਕ ਸੁਖਵਿੰਦਰ ਸਿੰਘ ਦਿਓਲ ਦਾ ਨਾਂ ਲਿਆ ਉਹਨਾਂ ਨੇ, ਇਹ ਆਈ ਸਰਜਨ ਨੇ। ENT ਦੇ ਡਾਕਟਰ ਸੰਦੀਪ, ਅੱਖਾਂ ਦੇ ਡਾਕਟਰ ਨਰੇਸ਼, ਇਹ ਨਾਂ ਉਹਨਾਂ ਨੇ ਬੀਬੀ ਹਰਸਿਮਰਤ ਕੌਰ ਨੇ ਲਏ ਨੇ। ਅੱਜ ਇਹ ਮਾਮਲਾ ਸਾਰਾ ਉਠਾਇਆ, ਨਾਲ ਉਹਨਾਂ ਨੇ PGI ਵਾਲਾ ਉਠਾਇਆ ਕਿ ਜਿੱਥੇ 1200 ਤੋਂ 1400 ਤੱਕ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ, ਉਹਨਾਂ ਨੂੰ ਪੈਸੇ ਨਹੀਂ ਮਿਲੇ। ਮੇਰੀ ਜਾਣਕਾਰੀ ਦੇ ਮੁਤਾਬਕ 16 ਕਰੋੜ ਰੁਪਇਆ ਬਕਾਇਆ ਸੀ। ਕੱਲ੍ਹ ਹੀ ਸਾਡੇ ਵਿੱਤ ਮੰਤਰੀ ਸਾਹਿਬ ਨੇ ਇਹਦਾ ਐਲਾਨ ਕਰਤਾ ਸੀ ਕਿ ਇਹ ਇਸ ਤਰੀਕ ਤੋਂ ਪਹਿਲਾਂ ਅਦਾ ਕਰ ਦਿੱਤੇ ਜਾਣਗੇ, ਪਰ ਉਹ ਵਿਰੋਧੀ ਧਿਰ ਹੈ। ਵਿਰੋਧੀ ਧਿਰ ਵਾਲਿਆਂ ਨੇ ਇਹ ਮਾਮਲੇ ਨੂੰ ਚੱਕਣਾ ਹੈਗਾ ਤੇ ਉਹਨਾਂ ਨੇ ਚੱਕਿਆ। ਅੱਜ ਲੋਕ ਸਭਾ ਦੇ ਵਿੱਚ ਇਹ ਮਾਮਲੇ ਦੇ ਉੱਤੇ ਚਰਚਾ ਵੀ ਹੋਈ ਹੈ। ਪੰਜਾਬ ਦੀ ਸਰਕਾਰ ਇਹਦਾ ਸਪਸ਼ਟੀਕਰਨ ਦੇਵੇ। ਅਜੇ ਪੰਜਾਬ ਦੇ ਸਿਹਤ ਮੰਤਰੀ ਸਾਹਿਬ ਤੱਕ ਕਿਤੇ ਇਕਾਂਤਵਾਸ ਹੋਏ ਵੇ ਨੇ ਡਾਕਟਰ ਰਾਜ ਬਹਾਦਰ ਵਾਲੇ ਮਾਮਲੇ ਦੇ ਵਿੱਚ। ਜੇ ਉਹ ਹੁੰਦੇ ਤਾਂ ਇਹਦਾ ਜਵਾਬ ਦਿੰਦੇ। ਹੁਣ ਇਹ ਜਵਾਬ ਮੁੱਖ ਮੰਤਰੀ ਪੰਜਾਬ ਨੂੰ ਦੇਣਾ ਚਾਹੀਦਾ ਹੈ। ਜੀ, ਜੇਕਰ ਗੱਲ ਕੀਤੀ ਹੈ ਬਿਜਲੀ ਖਪਤਕਾਰਾਂ ਦੀ ਤਾਂ ਉਹਨਾਂ ਨੂੰ ਝਟਕਾ ਲੱਗਿਆ ਹੈ ਤੇ ਕਿਹਾ ਗਿਆ ਕਿ ਬਿਜਲੀ ਮਾਫ ਦਾ ਜਿਹੜਾ ਲਾਭ ਆ ਜ਼ਿਆਦਾਤਰ ਖਪਤਕਾਰਾਂ ਨੂੰ ਮਿਲਣਾ ਅਸੰਭਵ ਹੈ। ਸਰਕਾਰ ਨੇ ਕਿਹਾ ਸੀ ਕਿ ਜਿਹੜੇ 31 ਦਸੰਬਰ ਤੋਂ ਪਹਿਲਾਂ 21 ਤੋਂ ਪਹਿਲਾਂ ਦੇ ਬਕਾਏ ਨੇ ਉਹ ਸਾਰੇ ਮਾਫ ਕਰ ਦਿੱਤੇ ਜਾਣਗੇ। ਜਾਣਕਾਰੀ ਮੁਤਾਬਕ ਬਿਜਲੀ ਬੋਰਡ ਨੇ ਕੋਈ ਨਵਾਂ ਸਰਕੂਲਰ ਜਾਰੀ ਕੀਤਾ ਹੈ ਜਿਹਦੇ ਵਿੱਚ ਕਿਹਾ ਕਿ ਜਿਹੜੇ ਬਕਾਏ ਨੇ ਪਿਛਲੇ ਉਹ ਜੇ 30 ਜੂਨ ਤੱਕ ਅਦਾ ਨਾ ਕੀਤੇ ਉਹਨਾਂ ਦੇ ਕਾਰਵਾਈ ਹੋਵੇਗੀ। ਲੋਕਾਂ ਨੂੰ ਇਹ ਸੀ ਕਿ ਜੇ ਪਿਛਲੇ ਬਕਾਏ ਮਾਫ ਹੋ ਜਾਂਦੇ ਨੇ ਤਾਂ ਮੌਜੂਦਾ ਬਿੱਲਾਂ ਦੇ ਵਿੱਚੋਂ ਮਾਈਨਸ ਹੋ ਕੇ ਆਉਣਗੇ, ਸ਼ਾਇਦ ਉਹ ਨਹੀਂ ਆਏ। ਇਸੇ ਕਰਕੇ ਲੋਕ ਉਡੀਕ ਰਹੇ ਨੇ ਕਿ ਜਿਹੜੇ 1 ਸਤੰਬਰ ਨੂੰ ਬਿਜਲੀ ਦੇ ਬਿੱਲ ਆਉਣੇ ਨੇ 300 ਯੂਨਿਟਾਂ ਵਾਲੇ, ਉਹ ਕਿੰਨਿਆਂ ਕੁ ਨੂੰ ਉਹਦਾ ਫਾਇਦਾ ਮਿਲਦਾ ਹੈ। ਬਹੁ ਗਿਣਤੀ ਦੇ ਵਿੱਚ ਤਾਂ ਇਹ ਹੈ ਕਿ ਜੇ 300 ਯੂਨਿਟ ਤੋਂ ਟੱਪ ਗਈ ਉਹਨੂੰ ਪੂਰੇ ਪੈਸੇ ਅਦਾ ਕਰਨੇ ਪੈਣਗੇ, ਤੇ ਜੇ 300 ਯੂਨਿਟ ਤੋਂ ਘੱਟ ਰਹਿੰਦੀ ਹੈ ਉਹਨਾਂ ਦੀ ਹੀ ਉਹ ਬਿੱਲ ਮਾਫ ਹੋਣਗੇ। ਲੋਡ ਕਿੰਨਾ ਹੈਗਾ ਇਹਦੇ ਬਾਰੇ ਅਜੇ ਕੁਝ ਸਪਸ਼ਟ ਨਹੀਂ। ਬਿਜਲੀ ਨਿਗਮ ਨੂੰ ਇਸ ਸੰਬੰਧ ਦੇ ਵਿੱਚ ਨਵਾਂ ਸਰਕੂਲਰ ਜਾਰੀ ਕਰਕੇ ਇਸ ਸੰਬੰਧ ਦੇ ਵਿੱਚ ਸਾਰਾ ਕੁਝ ਜਾਰੀ ਕਰਨਾ ਚਾਹੀਦਾ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਰਾਜ ਸਭਾ ਮੈਂਬਰ ਰਾਘਵ ਚੱਡਾ ਜੀ ਤਾਂ ਉਹਨਾਂ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਚਰਚਾ ਕਰਨ ਦੀ ਮੰਗ ਕੀਤੀ ਹੈ। ਜੀ, ਰਾਘਵ ਚੱਡਾ ਹੋਰਾਂ ਨੇ ਜਿਹੜਾ ਮਾਮਲਾ ਉਠਾਇਆ ਹੈਗਾ, ਮਾਮਲਾ ਬੜਾ ਦਿਲਚਸਪ ਹੈ। ਜੀ,
ਉਹ ਕਹਿੰਦੇ ਵੀ ਪੰਜਾਬ ਤੇ ਤੁਸੀਂ ਇਲਜ਼ਾਮ ਲਾਈ ਜਾਂਦੇ ਹੋ, ਉੱਥੋਂ ਡਰੋਨ ਆ ਗਿਆ, ਫਲਾਨਾ ਆ ਗਿਆ, ਟਿਮਕਾ ਆ ਗਿਆ, ਆ ਗਿਆ, ਉਹ ਆ ਗਿਆ। ਪਰ ਜਿਹੜਾ ਸਮੁੰਦਰੀ ਰਸਤੇ ਦੇ ਜ਼ਰੀਏ ਮਹਾਰਾਸ਼ਟਰ ਤੇ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਹੁਣ ਤੱਕ ਨਸ਼ਾ ਫੜਿਆ ਗਿਆ, ਉਹਦੀ ਕਿਤੇ ਗੱਲ ਹੀ ਨਹੀਂ ਛੇੜੀ। ਉਹਨਾਂ ਦੇ ਮੁਤਾਬਕ ਕਹਿੰਦੇ 6 ਮਹੀਨੇ 'ਚ 422 ਕੇਸ ਗੁਜਰਾਤ ਦੇ ਵਿੱਚ ਦਰਜ ਹੋਏ ਨੇ। 667 ਬੰਦੇ ਡਰੱਗ ਨਾਲ ਸੰਬੰਧਿਤ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ। ਤੇ ਸਭ ਤੋਂ ਵੱਧ ਨਸ਼ਾ ਗੁਜਰਾਤ ਦੇ ਵਿੱਚੋਂ ਮਿਲਿਆ 55,699 ਕਿਲੋਗ੍ਰਾਮ, ਜਿਹਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 5,000 ਕਰੋੜ ਹੈ। 10 ਆਪਰੇਸ਼ਨ ਹੋ ਚੁੱਕੇ ਨੇ ਉੱਥੇ। ਉਹ ਜਿਹੜੀ 3300 ਕਰੋੜ ਦੀ ਹੈਰੋਇਨ ਤੇ ਹੋਰ ਵਸਤਾਂ ਮਿਲੀਆਂ ਨੇ, ਉਹ ਤਾਂ ਪ੍ਰਧਾਨ ਮੰਤਰੀ ਸਾਹਿਬ ਦਾ ਆਪਣਾ ਇਲਾਕਾ ਹੈਗਾ। ਸਭ ਤੋਂ ਵੱਧ ਸਮਾਂ ਉੱਥੇ ਉਹ ਮੁੱਖ ਮੰਤਰੀ ਰਹੇ ਨੇ, ਤੇ ਉਹਦੇ ਬਾਰੇ ਕਦੇ ਪ੍ਰਧਾਨ ਸਾਹਿਬ ਨੇ ਚੁੱਪੀ ਕਿਉਂ ਵੱਟੀ ਵੀ ਹੈ? ਇਹ ਦੂਜੇ ਰਾਜਾਂ ਨੂੰ ਉਤਸ਼ਾਹਿਤ ਕਰਦੇ ਨੇ ਜਦੋਂ ਨਸ਼ਾ ਆਉਂਦਾ ਹੈ, ਤੇ ਜਿਹੜਾ ਮਹਾਰਾਸ਼ਟਰ ਤੇ ਗੁਜਰਾਤ ਦੇ ਵਿੱਚ ਨਸ਼ਾ ਆ ਰਿਹਾ, ਖਾਸ ਕਰ ਗੁਜਰਾਤ ਦੀਆਂ ਬੰਦਰਗਾਹਾਂ ਦੇ ਉੱਤੇ, ਉਹਦੇ ਬਾਰੇ ਕਿਉਂ ਨਹੀਂ ਸਪਸ਼ਟ ਕੀਤਾ ਜਾ ਰਿਹਾ? ਇਹ ਮਾਮਲੇ ਨੂੰ ਅੱਜ ਕਾਫੀ ਸ਼ਿੱਦਤ ਨਾਲ ਇਹਨੇ ਰਾਘਵ ਚੱਡੇ ਹੋਰਾਂ ਨੇ ਉਠਾਇਆ ਹੈ। ਜੀ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ, ਤਾਂ ਰਾਜਾ ਵੜਿੰਗ ਨੇ ਵੀ ਆਮ ਆਦਮੀ ਪਾਰਟੀ ਦੇ ਸਵਾਲ ਖੜੇ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਤਜਰਬੇ ਤੇ ਯੋਗਤਾ ਦੀ ਜਿਹੜੀ ਆ ਉਹ ਘਾਟ ਹੈ। ਉਹਨਾਂ ਨੇ ਸਿਹਤ ਸਹੂਲਤਾਂ ਤੇ ਹੀ ਗੱਲ ਕੀਤੀ ਹੈ ਅੱਜ। ਉਹ ਕਹਿੰਦੇ ਅੱਜ ਇੱਕ ਅਖਬਾਰ ਦੇ ਵਿੱਚ ਮੈਂ ਆਰਟੀਕਲ ਪੜ੍ਹਿਆ, ਉਸ ਲੇਖ ਦੇ ਵਿੱਚ ਲੇਖਕ ਨੇ ਪੰਜਾਬ ਦੀਆਂ ਸਿਹਤ ਸਹੂਲਤਾਂ ਦੀ ਪੂਰੀ ਵਿਸਥਾਰਕ ਜਾਣਕਾਰੀ ਦਿੱਤੀ ਹੈ, ਜਿਹਦੇ ਵਿੱਚ ਲਿਖਿਆ ਗਿਆ ਕਿ ਬਹੁਤ ਸਾਰੇ ਖੇਤਰਾਂ ਦੇ ਵਿੱਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਦੇ ਆਪਰੇਸ਼ਨ ਬੰਦ ਹੋ ਗਏ ਨੇ। ਉਹਨਾਂ ਨੇ ਜਿਹੜੀ ਬੀਮਾ ਯੋਜਨਾ, ਉਸ ਮਾਮਲੇ ਨੂੰ ਵੀ ਉਠਾਇਆ ਕਿ ਕਿਵੇਂ ਨਿੱਜੀ ਖੇਤਰ ਦੇ ਹਸਪਤਾਲ ਆਮ ਲੋਕਾਂ ਨੂੰ ਉੱਥੇ ਦਾਖਲ ਨਹੀਂ ਕਰਦੇ, ਜਦ ਕਿ ਉਹਨਾਂ ਦੇ ਹੱਥਾਂ ਦੇ ਵਿੱਚੋਂ ਬੀਮਾ ਕਾਰਡ ਚੱਕੇ ਹੋਏ ਨੇ, ਸਿਹਤ ਬੀਮਾ ਯੋਜਨਾ। ਰਾਜਾ ਵੜਿੰਗ ਨੇ ਕਈ ਮਾਮਲਿਆਂ ਨੂੰ ਪਹਿਲਾਂ ਵੀ ਚੱਕਿਆ ਸੀ ਤੇ ਅੱਜ ਵੀ ਚੱਕਿਆ ਹੈ। ਇਹਦਾ ਜਵਾਬ ਤਾਂ ਸਿਹਤ ਮੰਤਰੀ ਦੇਣਗੇ। ਸਿਹਤ ਮੰਤਰੀ ਸਾਹਿਬ ਅਜੇ ਅਲੋਪ ਨੇ, ਜਾਂ ਉਹ ਇਕਾਂਤਵਾਸ ਹੋ ਕੇ ਸਾਰਾ ਕੁਝ ਦੇਖ ਰਹੇ ਨੇ। ਇਹ ਉਸ ਵੇਲੇ ਪਤਾ ਲੱਗੇਗਾ ਜਦੋਂ ਉਹ ਬਾਹਰ ਆ ਕੇ ਇਹਨਾਂ ਦੇ ਜਵਾਬ ਦਿੰਦੇ ਆ। ਲੇਕਿਨ ਵਿਰੋਧੀ ਧਿਰਾਂ ਬਹੁਤ ਹਮਲਾਵਰ ਰੁਖ ਦੇ ਨਾਲ ਸਰਕਾਰ ਦੇ ਉੱਤੇ ਸਵਾਲ ਚੱਕ ਰਹੀਆਂ ਨੇ। ਜੀ ਇਸ ਦੇ ਨਾਲ ਇਹ ਕਿਹਾ ਜਾ ਰਿਹਾ ਕਿ 9 ਅਗਸਤ ਨੂੰ ਜਿਹੜਾ ਉਹ ਹਾਈਵੇ ਜਿਹੜੇ ਉਹ ਜਾਮ ਕੀਤੇ ਜਾਣਗੇ। ਇਹ ਸੂਬਾ ਪ੍ਰਧਾਨ ਨੇ ਜਿਹੜੇ ਪ੍ਰਧਾਨ ਰਮੇਸ਼ ਸਿੰਘ ਗਿੱਲ, ਜਿਨ੍ਹਾਂ ਨੇ ਕਿ ਪਨਬਸਾਂ ਤੇ PRTC ਦੇ ਮੁਲਾਜ਼ਮਾਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਰੇਸ਼ਮ ਸਿੰਘ ਗਿੱਲ ਨੇ PRTC ਦੇ ਅੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਜੀ। ਇਹ ਕਾਫੀ ਦੇਰ ਤੋਂ ਸਰਗਰਮੀ ਦੇ ਨਾਲ ਸੰਘਰਸ਼ ਕਰ ਰਹੇ ਨੇ। ਬੱਸ ਅੱਡਿਆਂ ਦੇ ਉੱਤੇ ਵੀ ਇਹਨਾਂ ਦਾ ਜਿਹੜਾ ਮੋਰਚਾ ਉਹ ਚੱਲ ਰਿਹਾ ਹੈ। ਜਿੱਥੇ ਇਹਨਾਂ ਨੇ ਹੋਰ ਮਸਲੇ ਉਠਾਏ ਨੇ ਆਪਣਿਆਂ, ਉੱਥੇ ਇਹਨਾਂ ਨੇ ਜਿਹੜਾ ਕਿਲੋਮੀਟਰ ਸਕੀਮ ਤਹਿਤ ਪੁਰਾਣੇ ਨਿੱਜੀ ਘਰਾਣਿਆਂ ਦੀਆਂ ਬੱਸਾਂ ਨੂੰ ਹੀ ਪਰਮਿਟ ਦੇਣ ਦਾ ਮਨ ਬਣਾ ਲਿਆ, ਉਹ ਮਾਮਲਾ ਵੀ ਉਠਾਇਆ ਹੈ। ਉਹਨਾਂ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਵੀ ਤੰਜ ਕੱਸਿਆ ਹੈ ਕਿ ਹੁਣ ਤੱਕ ਇਹ ਕਹਿੰਦੇ ਸੀ ਕਿ ਆ ਵੱਡੇ ਘਰਾਣਿਆਂ ਦੀਆਂ ਬੱਸਾਂ ਨੂੰ ਬ੍ਰੇਕਾਂ ਲਾ ਦਿਆਂਗੇ, ਉਹ ਇਹਨਾਂ ਤੋਂ ਲੱਗੀਆਂ ਨਹੀਂ। ਇਹਨਾਂ ਨੂੰ ਜੇ ਨੱਥ ਪਾਉਣ ਦਾ ਯਤਨ ਕੀਤਾ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਸੀ, ਉਹ ਕਾਨੂੰਨੀ ਦਾਅ ਪੇਚ ਫਸ ਗਿਆ ਜਾ ਕੇ ਅਦਾਲਤ ਦੇ ਵਿੱਚ। ਜਿਹੜੇ ਇਹਨਾਂ ਦੇ ਟਰਾਂਸਪੋਰਟ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਸਾਹਿਬ, ਉਹਨਾਂ ਨੇ ਉਹਨਾਂ ਦੇ ਨਾਂ ਤੇ ਮੰਗ ਪੱਤਰ ਵੀ ਭੇਜਿਆ ਵੀ ਕਈ ਵਾਰੀ ਗੱਲ ਹੋਈ ਆ, ਪਰ ਉਹ ਕਿਸੇ ਮਾਮਲਾ ਸਿਰੇ ਨਹੀਂ ਲਾਉਂਦੇ। ਤੇ ਹੁਣ ਪ੍ਰਧਾਨ ਸਾਹਿਬ ਨੇ ਕਿਹਾ ਕਿ 9 ਅਗਸਤ ਨੂੰ ਅਸੀਂ ਵੱਡੀ ਪੱਧਰ ਦੇ ਉੱਤੇ ਇਹ ਮਾਮਲੇ ਨੂੰ ਚੱਕਾਂਗੇ
ਔਰ ਸੂਬਾ ਪੱਧਰੀ ਮੁਜ਼ਾਹਰੇ ਵੀ ਕਰਾਂਗੇ ਜਾਂ ਸਰਕਾਰ ਉਸ ਤੋਂ ਪਹਿਲਾਂ ਸਾਡੇ ਮਸਲੇ ਹੱਲ ਕਰ ਦੇਵੇ। ਜੀ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜੋ ਕਰ ਰਹੇ ਨੇ ਉਹ ਲੋਕਤੰਤਰ ਦੇ ਖਿਲਾਫ ਹੈ ਜੀ। ਇਹ ਅੱਜ ਤੋਂ ਨਹੀਂ ਕਹਿ ਰਹੇ, ਕਾਫੀ ਸਮੇਂ ਤੋਂ ਕਹਿੰਦੇ ਆ ਰਹੇ ਨੇ ਜੀ। ਜਿਹੜੇ ਕਾਂਗਰਸ ਆਗੂ ਨੇ ਰਾਹੁਲ ਗਾਂਧੀ, ਖਾਸ ਕਰ ਜਿਹੜਾ ਗੈਰ ਭਾਜਪਾਈ ਸਰਕਾਰਾਂ ਦੇ ਨਾਲ ਇਹਨਾਂ ਵੱਲੋਂ ਵਿਵਹਾਰ ਕੀਤਾ ਜਾ ਰਿਹਾ ਹੈ, ਉਹ ਕੋਈ ਬਹੁਤਾ ਕਾਬਲੇ ਤਾਰੀਫ ਨਹੀਂ ਹੈ। ਉਹ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਦੀ ਇੱਕ ਜਿੱਦ ਹੈ ਕਿ ਕਾਂਗਰਸ ਮੁਕਤ ਭਾਰਤ ਕਰਨਾ ਹੈ, ਕਰ ਲਓ। ਉਹ ਕਹਿੰਦੇ ਨਾ ਤਾਂ ਅਸੀਂ ਡਰਨ ਵਾਲੇ ਹਾਂ, ਨਾ ਛੱਡ ਕੇ ਕਿਤੇ ਭੱਜ ਗਏ, ਅਸੀਂ ਇੱਥੇ ਦੇ ਇੱਥੇ ਹਾਂ। ਤੇ ਜਿਵੇਂ ਸਰਕਾਰਾਂ ਨੂੰ ਡੇਗਣ ਦਾ ਕਦੇ ਈਡੀ ਨੂੰ ਪਿੱਛੇ ਪਾ ਦਿੱਤਾ ਜਾਂਦਾ, ਕਦੇ ਕਿਸੇ ਹੋਰ ਕੇਂਦਰੀ ਤੋਤੇ ਨੂੰ ਪਿੱਛੇ ਪਾ ਦਿੱਤਾ ਜਾਂਦਾ ਹੈ। ਇਹ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਸਾਹਿਬ ਨੇ ਕਿਹਾ ਕਿ ਤੁਸੀਂ ਜਿਹੜਾ ਇਹ ਕੰਮ ਕਰਦੇ ਹੋ, ਇਹ ਸਾਰੇ ਦੇ ਸਾਰੇ ਕੰਮ ਲੋਕਤੰਤਰ ਵਿਰੋਧੀ ਨੇ। ਵੈਸੇ ਰਾਹੁਲ ਗਾਂਧੀ ਸਾਹਿਬ ਨੂੰ ਜਿਹੜਾ ਉਹਨਾਂ ਦੀ ਮਾਤਾ ਦੀ ਸਰਪ੍ਰਸਤੀ ਵਾਲੀ ਸਰਕਾਰ ਸੀ 10 ਸਾਲ ਚੱਲੀ ਡਾਕਟਰ ਮਨਮੋਹਨ ਸਿੰਘ ਜੀ ਦੀ, ਜਾਂ ਦਾਦੀ ਜੀ ਵਾਲੀ ਸਰਕਾਰ ਦੀ ਵੀ ਥੋੜ੍ਹੀ ਜਿਹੀ ਗੌਰ ਰੱਖ ਲੈਣੀ ਚਾਹੀਦੀ ਹੈ ਕਿ ਉਦੋਂ ਤਾਂ ਨਹੀਂ ਕੋਈ ਲੋਕਤੰਤਰ ਵਿਰੋਧੀ ਕੰਮ ਹੋਇਆ ਸੀ। ਜੀ ਇਸ ਦੇ ਨਾਲ ਇੱਕ ਗੱਲ ਕੀਤੀ ਜਾਵੇ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਦੀ, ਜਿਨ੍ਹਾਂ ਨੇ ਕਿ ਹੁਣ ਭਾਜਪਾ ਦਾ ਪੱਲਾ ਫੜ ਲਿਆ ਜੀ। ਹਰਿਆਣੇ ਨਾਲ ਸੰਬੰਧਿਤ ਨੇ ਜੀ, ਤੇ ਮੇਰਾ ਖਿਆਲ ਸ਼ਾਇਦ ਇਹ ਉਹੀ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਸੁਪੁੱਤਰ ਨੇ। ਬੜੇ ਵਿਵਾਦ ਪਹਿਲਾਂ ਵੀ ਇਹਨਾਂ ਦੇ ਉੱਤੇ ਉੱਠੇ। ਇਹਨਾਂ ਨੇ ਕੱਲ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ। ਇਹ ਗੱਲ ਤਾਂ 15 ਦਿਨ ਤੋਂ ਚੱਲਦੀ ਪਈ ਸੀ ਕਿ ਕਹੀਂ ਪੇ ਨਿਗਾहें ਕਹੀਂ ਪੇ ਇਸ਼ਾਰਾ ਜੀ, ਨੂਹੇ ਕੰਨ ਕਰੀ ਧੀਏ ਗੱਲ ਸੁਣੀ। ਇਹ ਵਾਹਵਾ ਚਿਰ ਤੋਂ ਇਹਨਾਂ ਦਾ ਅੱਖ ਮਟੱਕਾ ਚੱਲਦਾ ਪਿਆ ਸੀ, ਤੇ ਹੁਣ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਪੱਲਾ ਫੜ ਲਿਆ ਹੈ। ਇਸ ਕਰਕੇ ਅੱਜ ਇਹਨੂੰ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਟਰ ਦੇ ਉੱਤੇ ਸੀਨੀਅਰ ਆਗੂਆਂ ਨੇ ਭਾਜਪਾ ਵਿੱਚ ਸ਼ਾਮਲ ਕਰਾਇਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਾਹਿਬ ਵੀ ਉਸ ਵੇਲੇ ਉੱਥੇ ਹਾਜ਼ਰ ਸਨ। ਹੁਣ ਇਹ ਸਮਾਂ ਦੱਸੇਗਾ ਕਿ ਅੱਗੇ ਭਾਜਪਾ 'ਚ ਜਾ ਕੇ ਹੁਣ ਇਹ ਕਿਹੜਾ ਨਵਾਂ ਚੰਦ ਚੜ੍ਹਦੇ ਹੈ, ਜਾਂ ਕਿੰਨੀ ਕੁ ਇਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਕੋਈ ਫਾਇਦਾ ਮਿਲਦਾ ਹੈ, ਉਦੋਂ ਪਤਾ ਲੱਗੇਗਾ। ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹਨਾਂ ਤੇ ਪਹਿਲਾਂ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਰਹੇ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਗੰਨੇ ਦੀ ਫਸਲ ਦੀ, ਤਾਂ ਗੰਨੇ ਦੀ ਫਸਲ ਦੇ ਵਿੱਚ 15 ਰੁਪਏ ਜਿਹੜਾ ਉਹ ਵਾਧਾ ਕੀਤਾ ਗਿਆ ਜੀ। ਕੇਂਦਰ ਸਰਕਾਰ ਦਾ ਪਹਿਲਾਂ ਇਹ 290 ਰੁਪਏ ਸੀ, ਉਹਦੇ ਵਿੱਚ ਵਾਧਾ ਕਰਕੇ 305 ਰੁਪਏ ਕਰ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ। ਪੰਜਾਬ ਤੇ ਹਰਿਆਣੇ ਨੂੰ ਤਾਂ ਕੋਈ ਬਹੁਤਾ ਫਾਇਦਾ ਨਹੀਂ। ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਗੰਨੇ ਦੇ ਭਾਅ 'ਚ ਵਾਧਾ ਕਰਕੇ 360 ਰੁਪਏ ਕੁਇੰਟਲ ਕਰਤਾ ਸੀ। ਉਸ ਵੇਲੇ ਪੰਜਾਬ ਸਭ ਤੋਂ ਉੱਚ ਵੱਧ ਪੈਸੇ ਦੇਣ ਵਾਲਾ ਸੂਬਾ ਬਣ ਗਿਆ ਸੀ, ਪਰ ਉਸ ਤੋਂ ਕੁਝ ਦੇਰ ਬਾਅਦ 2 ਰੁਪਏ ਵਧਾ ਕੇ ਹਰਿਆਣੇ ਨੇ ਸ਼ਾਇਦ 362 ਕਰਤੇ ਸੀ। ਸੋ ਸਰਕਾਰ ਨੇ ਗੰਨੇ ਦਾ ਭਾਅ ਵਧਾਇਆ। ਪੰਜਾਬ ਦਾ ਇਹਦੇ ਨਾਲ ਕੋਈ ਬਾਹਲਾ ਫਰਕ ਨਹੀਂ ਪੈਣਾ। ਜਿਹੜੀਆਂ ਕੇਂਦਰੀ ਸਹਿਕਾਰੀ ਮਿੱਲਾਂ ਨੇ ਉਹਨਾਂ ਦੇ ਵਿੱਚ ਜਾਏਗਾ ਤਾਂ 305 ਰੁਪਏ ਕਿਸਾਨਾਂ ਨੂੰ ਮਿਲਣਗੇ, ਪਰ ਪੰਜਾਬ ਤੇ ਹਰਿਆਣਾ ਦੇ ਵਿੱਚ ਤਾਂ ਪਹਿਲਾਂ ਹੀ ਇਸ ਤੋਂ ਵੱਧ ਮਿਲ ਰਿਹਾ ਹੈ। ਇਸ ਲਈ ਕੱਟੇ ਨੂੰ ਮਨ ਦੁੱਧ ਦਾ ਕੋਈ ਭਾਅ ਹੋਣਾ ਨਹੀਂ। ਜੀ, ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਰੱਖੜ ਪੁੰਨਿਆਂ ਦੇ ਮੌਕੇ ਜਿਹੜਾ ਬਾਬਾ ਬਕਾਲਾ ਵਿਖੇ ਜਿਹੜੀਆਂ ਸਿਆਸੀ ਪ੍ਰੈਸ ਕਾਨਫਰੰਸਾਂ ਉਹ ਨਹੀਂ ਹੋਣਗੀਆਂ ਜੀ। ਪ੍ਰੈਸ ਕਾਨਫਰੰਸਾਂ ਨਹੀਂ, ਭੱਗੂ ਸਾਹਿਬ ਜਿਹੜੇ ਸਿਆਸਤਦਾਨ ਲੋਕ ਕਾਨਫਰੰਸਾਂ ਕਰਦੇ ਸੀ ਉੱਥੇ, ਜੀ ਇਹ ਆਗੂ ਨੇ ਜੀ, 2 ਆਗੂ ਨੇ। ਇੱਕ ਹੈਗੇ ਆ ਇਹਨਾਂ ਦੇ ਵਿੱਚੋਂ ਜਿਹੜੇ ਕਾਂਗਰਸ ਦੇ ਆਗੂ ਨੇ, ਕਾਫੀ ਸੀਨੀਅਰ ਆਗੂ ਨੇ ਉਹਨਾਂ ਦੇ, ਤੇ ਦੂਜੇ ਹੈਗੇ ਨੇ ਅਕਾਲੀ ਦਲ ਦੇ ਆਗੂ। ਕਿਉਂਕਿ ਰੱਖੜ ਪੁੰਨਿਆਂ ਦੇ ਉੱਤੇ ਬਾਬਾ ਬਕਾਲਾ ਦੇ ਵਿੱਚ ਇਹ ਕਾਨਫਰੰਸਾਂ ਹੁੰਦੀਆਂ ਨੇ। ਸਾਰੀਆਂ ਸਿਆਸੀ ਧਿਰਾਂ ਉੱਥੇ ਆਪੋ ਆਪਣੀਆਂ ਕਾਨਫਰੰਸਾਂ ਕਰਦੀਆਂ ਨੇ। ਇਹਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਸੰਤੋਖ ਸਿੰਘ ਭਲਾਈਪੁਰ, ਤੇ ਅਕਾਲੀ ਦਲ ਦੇ ਆਗੂ ਨੇ ਬਲਜੀਤ ਸਿੰਘ ਜਲਾਲ ਉਸਮਾ।
ਉਹਨਾਂ ਨੇ ਕਲੀਅਰ ਕਰਤਾ ਕਿ ਨਾ ਕਾਂਗਰਸ ਉੱਥੇ ਕੋਈ ਸਿਆਸੀ ਕਾਨਫਰੰਸ ਕਰੇਗੀ ਤੇ ਉਧਰੋਂ ਅਕਾਲੀਆਂ ਨੇ ਕਿਹਾ ਵੀ ਅਸੀਂ ਵੀ ਨਹੀਂ ਕਰਦੇ। ਅਕਾਲੀ ਦਲ ਦੀ ਸਥਿਤੀ ਤਾਂ ਵੈਸੇ ਹੀ ਹਾਸੋ ਹੀ ਨਹੀਂ ਬਣੀ ਵੀ ਆ ਜਦੋਂ ਤੋਂ ਸੰਗਰੂਰ ਦੇ ਵਿੱਚ ਉਹਨਾਂ ਨੂੰ ਸਥਾਨ ਹੀ ਪੰਜਵਾਂ ਆਇਆ ਹੈਗਾ। ਤੇ ਮੇਰਾ ਖਿਆਲ ਹੈ ਕਿ ਜਿਹੜੇ ਇਹ ਧਾਰਮਿਕ ਸਥਾਨ ਨੇ ਸਾਡੇ, ਧਾਰਮਿਕ ਸਮਾਗਮ ਜਦੋਂ ਵੀ ਹੁੰਦੇ ਨੇ ਜਥੇਦਾਰ ਸਾਹਿਬ ਨੂੰ ਇਹਦੇ ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਇਹਨਾਂ ਦੇ ਉੱਤੇ ਸਿਆਸਤ ਨਾ ਕੀਤੀ ਜਾਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹ ਸਿਆਸੀ ਆਗੂ ਬਹੁਤ ਵੱਡੇ ਵੱਡੇ ਗਪੌੜ ਸੰਖ ਤੇ ਝੂਠ ਬੋਲਦੇ ਨੇ, ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਜੀ ਧੰਨਵਾਦ ਜੀ। ਇਹ ਸਨ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦੇ ਦੀ ਚਰਚਾ ਕੀਤੀ ਹੈ। ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਧੰਨਵਾਦ।